ਜਿਹੜੇ ਮੰਗਦੇ ਸੀ ਸਾਡੇ ਲਈ ਦੁਆਵਾਂ, ਜਿਹੜੇ ਮੰਗਦੇ ਸੀ ਸਾਡੇ ਲਈ ਦੁਆਵਾਂ, ਪਲਾਂ ਵਿੱਚ ਤੋੜ ਗਏ। हंजूहों के गमा नाल जोड़ गए। जेड़े मंगदे साडे लई दुआवां, पलां विच तोड़ गए, पलां विच तोड़ गए। सत श्री अकाल जी, मैं जैसिका ਤੁਹਾਡਾ ਸਵਾਗਤ ਕਰਦੀ ਹਾਂ ਸਮਾਜ ਟੀਵੀ ਵਿੱਚ। ਤੇ ਅੱਜ ਮੈਂ ਫੇਰ ਤੋਂ ਮੌਜੂਦ ਹਾਂ ਪ੍ਰੋਗਰਾਮ ਸਾਂਝ ਦਿਲਾਂ ਦੀ ਲੈ ਕੇ। ਤੇ ਅੱਜ ਸਾਡੇ ਨਾਲ ਮੌਜੂਦ ਨੇ ਮਦਨ ਸ਼ੌਂਕੀ ਜੀ। ਆਓ ਉਹਨਾਂ ਨਾਲ ਸਵਾਗਤ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਵਿੱਚ ਆਉਣ ਲਈ। ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਮਾਜ ਟੀਵੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਮਦਨ ਸ਼ੌਂਕੀ ਜੀ, ਜੇ ਆਪਾਂ ਸਟਾਰਟਿੰਗ ਤੋਂ ਗੱਲ ਸ਼ੁਰੂ ਕਰੀਏ, ਥੋੜਾ ਤੁਸੀਂ ਸਾਨੂੰ ਆਪਣੇ ਪਿਛੋਕੜ ਬਾਰੇ ਦੱਸ ਦਿਓ। ਜੈਸਿਕਾ ਜੀ, ਪਿਛੋਕੜ ਮੇਰਾ ਰੋਪੜ ਤੋਂ ਹੈ। ਮੈਂ ਰੋਪੜ ਤੋਂ ਜੰਮਪਲ ਔਰ ਉੱਥੇ ਹੀ ਬਚਪਨ ਗੁਜ਼ਰਿਆ ਸਾਰਾ। ਉੱਥੇ ਹੀ ਥੋੜ੍ਹੀ ਬਹੁਤ ਜਿਹੜੀ ਪੜ੍ਹਾਈ ਸੀਗੀ ਉਹ ਹੋ ਸਕੀ। ਤੇ ਰੋਪੜ ਮੇਰੇ ਲਈ ਮੱਕਾ ਮਦੀਨਾ ਹੈ, ਮੇਰਾ ਸ਼ਹਿਰ ਹੈ ਪੁਰਾਣਾ ਜੀ। ਤੇ ਅੱਗੇ ਆਪਾਂ ਗੱਲ ਕਰੀਏ ਕਿ ਤੁਸੀਂ ਸਟਾਰਟਿੰਗ ਜਦ ਮਿਊਜ਼ਿਕ ਡਾਇਰੈਕਸ਼ਨ ਸਟਾਰਟ ਕੀਤੀ ਸੀ, ਤੁਸੀਂ ਕਿਸ ਤੋਂ ਇਨਸਪਾਇਰ ਹੋਏ ਸੀਗੇ? ਮਿਊਜ਼ਿਕ ਜੈਸਿਕਾ ਜੀ, ਮਿਊਜ਼ਿਕ ਮੇਰੇ ਬਲੱਡ 'ਚ ਸੀਗਾ। ਮੇਰੇ ਫਾਦਰ ਸਾਹਿਬ ਗਾਉਂਦੇ ਸੀਗੇ ਤੇ ਉਹ ਮੈਨੂੰ ਪਰਮਾਤਮਾ ਵੱਲੋਂ, ਮੇਰੇ ਫਾਦਰ ਸਾਹਿਬ ਵੱਲੋਂ ਜਦੋਂ ਮੈਂ ਹੋਸ਼ ਸੰਭਾਲੀ ਆਪਣੀ, ਜਦੋਂ ਪਹਿਲੀ ਆਵਾਜ਼ ਸੁਣੀ ਮਾਂ ਤੋਂ ਇਲਾਵਾ, ਉਹ ਮੇਰੇ ਫਾਦਰ ਸਾਹਿਬ ਸੀਗੇ ਜਿਹੜੇ ਮੇਰੇ ਕੰਨਾਂ ਦੇ ਵਿੱਚ ਜਦੋਂ ਸਵੇਰੇ ਉੱਠ ਕੇ ਗਾਉਂਦੇ ਸੀਗੇ। ਉਹਨਾਂ ਦੀ ਆਵਾਜ਼ ਗੂੰਜਦੀ ਸੀ, ਉਹ ਰਿਆਜ਼ ਕਰਦੇ ਸੀ ਸਵੇਰੇ 4 ਵਜੇ ਉੱਠ ਕੇ। ਉਸ ਤਰ੍ਹਾਂ ਦਾ ਮਾਹੌਲ ਮਿਲ ਗਿਆ। ਤੇ ਗਾਉਣਾ ਮੈਨੂੰ ਕਦੋਂ ਆ ਗਿਆ, ਮੈਂ ਕਦੋਂ ਗਾਉਣ ਲੱਗ ਗਿਆ, ਗਾਉਣਾ ਤਾਂ ਹਲੇ ਵੀ ਨਹੀਂ ਆਇਆ ਕਿਉਂਕਿ ਉਹ ਸਾਰੀ ਜ਼ਿੰਦਗੀ ਨਹੀਂ ਆ ਸਕਦਾ। ਮੈਂ ਕਦੋਂ ਗਾਉਣ ਲੱਗ ਗਿਆ ਇਹ ਮੈਨੂੰ ਯਾਦ ਨਹੀਂ ਹੈ। ਹੋਸ਼ ਸੰਭਾਲੀ ਤਾਂ ਮੈਂ ਗਾ ਰਿਹਾ ਸੀ। ਮਤਲਬ ਫਾਦਰ ਸਾਹਿਬ ਸਟਾਰਟਿੰਗ ਤੋਂ ਇਸੇ ਤਾਂ ਬਲੱਡ 'ਚ ਇਹ ਚੀਜ਼ ਸੀਗੀ ਤੇ ਆਬਵੀਅਸ ਹੀ ਗੱਲ ਹੋਏਗੀ ਤੁਹਾਨੂੰ ਫੈਮਿਲੀ ਵੱਲੋਂ ਇਸ ਚੀਜ਼ 'ਚ ਪੂਰੀ ਸਪੋਰਟ ਹੋਣੀ ਹੈ। ਬਿਲਕੁਲ ਬਿਲਕੁਲ ਜੀ। ਜਿਹੜੀ ਸਟਾਰਟਿੰਗ ਸੀਗੀ ਉਹ ਕੋਈ ਇਹ ਨਹੀਂ ਸੀਗਾ, ਅਸੀਂ ਕੋਈ ਬਹੁਤ ਘਰ ਦੇ ਹਾਲਾਤ ਬਹੁਤ ਵਧੀਆ ਨਹੀਂ ਸੀਗੇ ਤੇ ਘਰ ਦੇ ਹਾਲਾਤ ਬਹੁਤ ਮਾੜੇ ਸੀਗੇ। ਘਰ 'ਚ ਗਰੀਬੀ ਸੀ ਬਹੁਤ ਜ਼ਿਆਦਾ, ਅੰਤਾਂ ਦੀ। ਛੱਤ ਵੀ ਨਹੀਂ ਸੀ, ਘਰ ਵੀ ਨਹੀਂ ਸੀ, ਰੋਟੀ ਵੀ ਨਹੀਂ ਸੀ, ਕੱਪੜਾ ਵੀ ਨਹੀਂ ਸੀ। ਲੇਕਿਨ ਪ੍ਰਮਾਤਮਾ ਨੇ ਇੱਕ ਆਸ ਦਿੱਤੀ ਸੀ, ਸੰਗੀਤ। ਉਹ ਕਹਿੰਦੇ ਨਾ, ਪ੍ਰਮਾਤਮਾ ਜਦੋਂ ਦੁਨੀਆ 'ਚ ਕਿਸੇ ਨੂੰ ਭੇਜਦਾ ਹੈ ਉਹਦਾ ਕੋਈ ਨਾ ਕੋਈ ਹੀਲਾ ਵਸੀਲਾ ਕਰਕੇ ਭੇਜਦਾ ਹੈ। ਤੇ ਮੇਰੇ ਲਈ ਉਹਨੇ ਮੇਰਾ ਜਿਹੜਾ ਵਸੀਲਾ ਸੀਗਾ, ਹੀਲਾ ਸੀ, ਉਹ ਸੰਗੀਤ ਮੈਨੂੰ ਉਹਨਾਂ ਨੇ ਦਿੱਤਾ ਹੋਇਆ ਸੀ। ਸੰਗੀਤ ਪ੍ਰਮਾਤਮਾ ਨੇ। ਤੇ ਇਸ ਤਰ੍ਹਾਂ ਮੈਂ ਸੰਗੀਤ ਲਾਈਨ ਦੇ ਵਿੱਚ ਆ ਗਿਆ ਜੀ। ਤੇ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਹੈ? ਫੈਮਿਲੀ ਦੇ ਵਿੱਚ ਮੇਰਾ ਪੂਰਾ ਪਰਿਵਾਰ ਹੈ। ਮੇਰਾ ਬੇਟਾ ਹੈ ਛੋਟਾ ਜਿਹਾ, ਇੱਕ ਮੇਰੇ ਬ੍ਰਦਰ ਹੈ, ਸਿਸਟਰ ਹੈ। ਸਿਸਟਰ ਤਾਂ ਮੇਰੀ ਹੁਣ ਐਕਸਪਾਇਰ ਹੋ ਗਈ। ਤੇ ਠੀਕ ਹੈ, ਸਾਰਾ ਪਰਿਵਾਰ ਹੈਗਾ ਜੀ। ਬਿਲਕੁਲ। ਸਟਾਰਟਿੰਗ ਕਰੀ ਸੀ ਮਿਊਜ਼ਿਕ ਡਾਇਰੈਕਸ਼ਨ ਦੀ, ਤੁਸੀਂ ਕਿਹੜੇ ਕਿਹੜੇ ਸਿੰਗਰ ਨਾਲ ਕੰਮ ਕੀਤਾ ਹੈ? ਇਹ ਤਾਂ ਸਟਾਰਟਿੰਗ ਤਾਂ ਬਹੁਤ ਲੇਟ ਹੋਈ ਹੈ ਜੀ। ਸਟਾਰਟਿੰਗ ਤਾਂ ਪਹਿਲਾਂ ਸਟਰਗਲ ਬਹੁਤ ਕਰਨੀ ਪਈ, ਬਹੁਤ ਜ਼ਿਆਦਾ ਸਟਰਗਲ ਕਰਨੀ ਪਈ ਹੈ ਜੀ। ਕਿ ਜਿਵੇਂ ਕਿ ਪਹਿਲਾਂ ਤਾਂ ਜਿਵੇਂ ਦੱਸ ਕੇ ਹਟਾਂ ਕਿ ਰੋਟੀ ਹੋਣੀ ਸੀਗੀ। ਬਿਲਕੁਲ ਬਿਲਕੁਲ। ਬਚਪਨ ਦੇ ਵਿੱਚ ਫਾਦਰ ਸਾਹਿਬ ਐਕਸਪਾਇਰ ਹੋ ਗਏ। 7ਵੀਂ ਜਾਂ 8ਵੀਂ 'ਚ ਪੜ੍ਹਦਾ ਸੀਗਾ ਤੇ ਘਰ 'ਚ ਵੱਡਾ ਸੀ ਸਭ ਤੋਂ ਮੈਂ। ਤੇ ਉਸ ਤੋਂ ਬਾਅਦ ਇਹ ਵੀ ਸੀਗਾ ਕਿ ਰੋਟੀ ਵੀ ਕਮਾਉਣੀ ਹੈ ਤੇ ਪੜ੍ਹਨਾ ਵੀ ਹੈ।
पर पढ़ाई मेरी छुट्टी फिर, क्योंकि मैं घर दे विच सब तो वड्डा सीगा। ते म्यूजिक डायरैक्शन दे विच इन्नी जल्दी नहीं आया गया। पहला मैं बहुत स्ट्रगल की रोपड़ जगराता लाइन च गया। पहला मैं छोटी छोटी पार्टियां दे नाल जगराते करने, बहुत देर मैं कीर्तन भी किया। परिवार विछोड़ा साहब गुरुद्वारा, उत्थे संत बाबा अजीत सिंह जी परिवार विछोड़े वाले, उत्थे मैं ढाडी रंग भी गाया, कीर्तन भी किया बहुत देर बचपन दे विच। उदों दाढ़ी मुछ सीगी नहीं कुछ भी। तो उस तो बाद फिर जदों मैनूं पता लग गया कि म्यूजिक ही है, मैनूं म्यूजिक दे विच ही रोटी मिल सकती है और नाम बनाना मैं, फिर एक रोपड़ साडे गुरु जी सी प्रोफैसर PL शर्मा जी, वो म्यूजिक सिखाते सी, उन्हां दे चरनी लग्या। फिर मैं जाके उन्होंने फिर मैनू जी म्यूजिक दी बरीकियां सीगियां सिखाने शुरू कीतियां। मतलब कि अज वाला सिस्टम नहीं सीगा कि ट्रैक अज एक ट्रैक बन जाएगा, 2 ट्रैक बन जाएंगे, इदां दा सिस्टम नहीं सीगा। प्रॉपर जिहड़ा सीगा म्यूजिक वो मैनू जाना पैंदा सी सवेरे 4 बजे उठ के, और मैं 3 किलोमीटर पैदल जांदा सीगा। पैदल सवेरे 4 बजे। वो मैं रोपड़ स्टेशन ते रहिंदा सीगा, वो रोपड़ दे दूसरे पासे रहिंदे सी जिथे कल्याण टाकी, जिहड़े रोपड़ दे लोग ने उन्होंने पता होएगा। मैं उत्थे पैदल जाना, पैदल वापस आना। 4 बजे बुलाਉਂਦੇ ਸੀ, ਮੈਨੂੰ 4 ਵਜੇ ਉੱਥੇ ਪਹੁੰਚਣਾ ਪੈਂਦਾ ਸੀਗਾ। ਇਸ ਤਰ੍ਹਾਂ ਨਾਲ ਮਿਊਜ਼ਿਕ ਸਿੱਖਿਆ, ਬਹੁਤ ਲੰਬਾ ਸਮਾਂ ਲੱਗਿਆ। ਮੈਂ ਉਹਨਾਂ ਕੋਲੋਂ ਬਹੁਤ ਬਹੁਤ ਬਰੀਕੀਆਂ ਕਲਾਸੀਕਲ ਸਿੱਖਿਆ ਉਹਨਾਂ ਕੋਲੋਂ। ਫਿਰ ਉਸ ਤੋਂ ਬਾਅਦ ਅਗਲੀ ਕੰਮ ਸ਼ੁਰੂ ਹੋਇਆ, ਚੰਡੀਗੜ੍ਹ ਆਇਆ ਮੈਂ, ਚੰਡੀਗੜ੍ਹ ਪਹੁੰਚਿਆ ਜੀ। ਤੇ ਮਤਲਬ ਤੁਸੀਂ ਕਾਫੀ ਸਟਰਗਲ ਫੇਸ ਕੀਤੀ ਹੈ। ਚਲੋ ਇਹ ਸਭ ਚੀਜ਼ਾਂ ਤਾਂ ਠੀਕ ਨੇ, ਬਟ ਜੇ ਆਪਾਂ ਗੱਲ ਕਰੀਏ ਕਿ ਮਿਊਜ਼ਿਕ ਤੋਂ ਇਲਾਵਾ, ਕਿਉਂਕਿ ਹਰ ਇੱਕ ਬੱਚੇ ਦਾ ਹੁੰਦਾ ਹੈ ਕਿ ਮੈਂ ਜ਼ਿੰਦਗੀ 'ਚ ਇਹ ਚੀਜ਼ ਕਰਨੀ ਹੈ, ਤੁਹਾਡਾ ਕੋਈ ਸੀਗਾ ਅਲੱਗ ਤੋਂ ਕੋਈ ਗੋਲ ਹੋਵੇ, ਕੋਈ ਚੀਜ਼ ਹੋਵੇ? नहीं टाइम ही नहीं मिलिया जसिका जी, टाइम ही नहीं मिलिया। क्योंकि मैं जिवें दस के हटा कि रोजी रोटी, छोटे भैन भरा, बिल्कुल माता, ते मेरे बहुत सारे इंटरव्यू हुई ने। हुण भी मेरा एक पिछे इंटरव्यू होके हटी है, वो बल्कि 3 घंटे की सी। 3 घंटे असीं गल्लां ही करते रहे, एड्डी लंबी इंटरव्यू सी। बेसिकली क्या बहुत टेंशन सी। मैं आम तौर पर गल कहंदा अक्सर कि बेसिकली मेरी जिहड़ी मदर सी लोकां दे घरां 'च काम करदी सी, झाड़ू पोचे मारने। तो मेरा सब तो पहला काम सीगा कि मैं अपनी माता नूं इधरों हटाना है। ये जिहड़ी लोकां दे घरां 'च काम करदी है, झाड़ू पोचे मारदी है जाके, मैं आप भी उहदे नाल जांदा सी काम करने वास्ते। मैं हर इंटरव्यू 'च गल दसदा तां कि जिहड़ा साडा समाज है, जिहड़े शॉर्टकट लोकी लभदे ने कि शॉर्टकट कुछ मिल जाए, शॉर्टकट कुछ नहीं हैगा। शॉर्टकट मिलदा नहीं, जे शॉर्टकट आ जाए तो शॉर्टकट ही चला जाता है वो। तो ਉਹਨੂੰ ਹਟਾਣਾ ਸੀ ਲੋਕਾਂ ਦੇ ਘਰਾਂ 'ਚੋਂ, ਕੰਮ ਕਰਨਾ, ਝਾੜੂ ਪੋਚੇ ਕਰਨੇ, ਹੋਰ ਬੜੇ ਕੰਮ ਕਰਨੇ ਛੋਟੇ ਛੋਟੇ। ਅਤੇ ਫਿਰ ਇੱਕ ਟਾਈਮ 'ਤੇ ਆ ਕੇ ਜਦੋਂ ਮੈਨੂੰ ਥੋੜ੍ਹੀ ਜਿਹੀ ਹੋਸ਼ ਆਈ, ਫਿਰ ਮੈਂ ਚੰਡੀਗੜ੍ਹ ਆਇਆ। ਅਤੇ ਚੰਡੀਗੜ੍ਹ ਆ ਕੇ ਸਟੂਡੀਓ ਮੈਂ ਦੇਖੇ ਵੀ ਇੱਥੇ ਸਟੂਡੀਓ ਕਿਹੜੇ ਕਿਹੜੇ ਹੈਗੇ ਆ। ਫਿਰ ਮੈਨੂੰ ਇੱਕ ਸਟੂਡੀਓ ਪਤਾ ਲੱਗਿਆ, ਸਾਡੇ 35 'ਚ ਇੱਕ ਸਟੂਡੀਓ ਹੁੰਦਾ ਸੀ, ਅੱਜ ਵੀ ਹੈ, ਸਾਡੇ ਚੀਮਾ ਜੀ ਉਹਨਾਂ ਦਾ ਸਟੂਡੀਓ, ਚੀਮਾ ਸਟੂਡੀਓ। तो उस स्टूडियो 'ਚ ਮੈਨੂੰ ਜਾਣ ਦਾ मौका मिला। तो उत्थे फिर मैं जाके साढ़े बहुत ही सीनियर पुराने म्यूजिक डायरैक्टर सुरेंद्र बच्चन जी, मैं उन्होंने असिस्ट भी किया बहुत देर। फिर उन्होंने मैं हारमोनीयम प्ले किया, तुम्बी प्ले की, बैंजो प्ले की, अकॉर्डियन प्ले किया, बहुत सारे जिहड़े साज मैनूं आउंदे सीगे। फिर मेरी स्टार्टिंग जिहड़ी सी स्टूडियो दी वो इस तरह तरीके नाल होई। ਤੁਹਾਡਾ फस्ट प्रोजेक्ट या फिर तुसीं फस्ट दी डायरैक्शन कीती सी कोई? जी बहुत सारे प्रोजेक्ट किए। पहला तो 2-3 साल स्ट्रगल चलती रही, छोटे छोटे जिवें कि माता दी भेटां, छोटे छोटे प्रोजेक्ट मिलते होंदे सी मैनूं, क्योंकि विश्वास नहीं बनता लोगों का। बिल्कुल बिल्कुल। फिर एक प्रोजेक्ट मैं किया जिहड़ा 95 च रिलीज़ होया, जिन्हें पंजाब दे सारी रिकॉर्ड मतलब अज तक भी उहदा बोलबाला है प्रोजेक्ट का। वो सिंगर सी दविंदर कोहिनूर और बच्चन बेदिल, बहुत ही कमाल के गीतकार ने। ਉਹਨਾਂ ਦੇ ਗੀਤ ਸੀਗੇ ਤੇ ਮੇਰਾ ਸੰਗੀਤ ਸੀ। ਉਹ ਸਾਡਾ ਪ੍ਰੋਜੈਕਟ ਜਦੋਂ ਆਇਆ, ਉਹਦਾ ਟਾਈਟਲ ਸੀ ਦਿਲ ਦੇ ਖੂਨ ਦੀ ਮਹਿੰਦੀ। ਤੈਨੂੰ ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਤਲੀਆਂ ਉੱਤੇ ਲਾਉਣ ਲਈ। ਉਹ ਜਿਵੇਂ ਕਿ ਇੱਕ ਵੀਰਵਾਰ ਨੂੰ ਜਾਂ ਸ਼ੁੱਕਰਵਾਰ ਨੂੰ ਇੱਕ ਪ੍ਰੋਗਰਾਮ ਆਉਂਦਾ ਸੀ ਜਲੰਧਰ ਦੂਰਦਰਸ਼ਨ ਤੋਂ, ਲਿਸ਼ਕਾਰਾ। ਵੀਰਵਾਰ ਨੂੰ ਜਾਂ ਸ਼ੁੱਕਰਵਾਰ ਨੂੰ ਮੇਰੇ ਖਿਆਲ 'ਚ ਆਉਂਦਾ ਸੀ। ਉਹ ਜਦੋਂ ਰਾਤੀ ਉਹ ਗਾਣਾ ਲੱਗਿਆ ਸਾਡਾ, ਤੈਨੂੰ ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਤਲੀਆਂ ਉੱਤੇ ਲਾਉਣ ਲਈ, ਉਸ ਤੋਂ ਅਗਲੇ ਆ 2 ਦਿਨਾਂ ਬਾਅਦ ਤਾਂ ਲੋਕੀ ਲੱਭਦੇ ਸੀਗੇ ਕਿ ਇਹ ਮਦਨ ਸ਼ੌਕੀ ਕੌਣ ਹੈ, ਦਵਿੰਦਰ ਕੋਹਿਨੂਰ ਕੌਣ ਹੈ। ਅਤੇ
ਬਚਨ ਬੇਦਿਲ ਕੌਣ ਨੇ। ਤੇ ਉਸ ਤੋਂ ਬਾਅਦ ਫਿਰ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਪ੍ਰੋਜੈਕਟ ਤੋਂ ਬਾਅਦ ਤਾਂ ਫਿਰ ਬਹੁਤ ਸਾਰੇ ਪੰਜਾਬ ਦੇ ਜਿੰਨੇ ਵੀ ਨਾਮੀ ਸਿੰਗਰ ਨੇ ਉਸ ਟਾਈਮ ਦੇ, ਮੈਂ ਮਾਨਕ ਸਾਹਿਬ, ਛਿੰਦਾ ਜੀ, ਸਰਦੂਲ ਸਿਕੰਦਰ ਸਾਹਿਬ, ਅਮਰ ਨੂਰੀ ਜੀ, ਮਾਸਟਰ ਸਲੀਮ, ਫਿਰੋਜ਼ ਖਾਨ, ਈਵਨ ਕਿ ਕੇ ਦੀਪ ਜਗਮੋਹਨ ਕੌਰ ਉਹ ਆਉਂਦੇ ਹੁੰਦੇ ਸੀ ਮਾਈ ਮੋਹਣੋ, ਜਿਨ੍ਹਾਂ ਦਾ ਇੱਕ ਸਟਾਈਲ ਸੀ ਮਾਈ ਮੋਹਣੋ ਤੇ ਪੋਸਤੀ, ਉਹਨਾਂ ਨੂੰ ਰਿਕਾਰਡ ਕੀਤਾ ਮੈਂ। ਬਹੁਤ ਸਾਰੇ ਜਿੰਨੇ ਵੀ ਅੱਜ ਦੇ ਵੀ ਨੇ ਪੁਰਾਣੇ ਵੀ ਨੇ ਸਾਰੇ ਸਿੰਗਰਾਂ ਨਾਲ ਕੰਮ ਕੀਤਾ। ਸਟਾਰਟਿੰਗ ਚ ਬਚਪਨ ਤੋਂ ਜਿਹੜੀ ਕਹਿ ਸਕਦੇ ਸੀ ਸਟਰਗਲ ਦੇਖੀ ਸੀ, ਉਸ ਤੋਂ ਬਾਅਦ ਤੁਹਾਨੂੰ ਅੱਗੇ ਇੱਕ ਉਮੀਦ ਦਿਖ ਗਈ ਸੀਗੀ ਕਿ ਮਤਲਬ ਹੁਣ ਮੇਰਾ ਕੁਝ ਹੋ ਸਕਦਾ ਜਾਂ ਫਿਰ ਹੁਣ ਮਤਲਬ ਹਾਲਾਤ ਬਹੁਤ ਵਧੀਆ ਹੋ ਸਕਦੇ ਨੇ। ਜੈਸਿਕਾ ਜੀ, ਜਦੋਂ ਨਾ ਤੁਹਾਡਾ ਵਿਸ਼ਵਾਸ ਹੁੰਦਾ ਹੈ ਨਾ, ਜਿਨਕੋ ਹੋ ਪੱਥਰ ਪੇ ਭਰੋਸਾ ਉਹ ਪੱਥਰ ਕੋ ਪੂਜਤੇ ਹੈ। ਬਿਲਕੁਲ ਹੈ ਨਾ, ਕਈ ਲੋਕ ਕਹਿੰਦੇ ਨਾ ਤੁਸੀਂ ਪੱਥਰਾਂ ਨੂੰ ਮੱਥੇ ਟੇਕੀ ਜਾਂਦੇ ਹੋ, ਦੁੱਧ ਚੜਾਉਂਦੇ ਹੋ, ਕਈ ਲੋਕ ਨਾ ਕਿ ਤੁਸੀਂ ਪੱਥਰਾਂ ਤੇ ਦੁੱਧ ਕਿਉਂ ਚੜਾਉਂਦੇ ਹੋ, ਤੁਸੀਂ ਮੱਥੇ ਕਿਉਂ ਟੇਕਦੇ ਹੋ ਪੱਥਰਾਂ ਅੱਗੇ। ਇੱਕ ਸ਼ਾਇਰ ਨੇ ਲਿਖਿਆ, ਕਹਿੰਦਾ ਜਿਨਕੋ ਹੋ ਪੱਥਰ पे भरोसा वो पत्थर को पूजते हैं, जिनको हो पत्थर पे भरोसा वो पत्थर को पूजते हैं, जिनकी अकल पे पड़े हो पत्थर उन्हें पत्थर ही सूझते हैं। ਜੇ ਤੁਹਾਡਾ ਵਿਸ਼ਵਾਸ ਹੋਵੇ ਪਰਮਾਤਮਾ ਤੇ ਔਰ ਤੁਹਾਡੀ ਨੀਅਤ ਠੀਕ ਹੋਵੇ, ਫਿਰ ਪਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਹੁੰਦਾ ਹੈ। ਫਿਰ ਗੁਰਬਾਣੀ 'ਚ ਲਿਖਿਆ ਹੈ, ਜਿਸਕੇ ਸਿਰ पे तू स्वामी सो दुख कैसे पावे। और सेम रामायण 'ਚ ਲਿਖਿਆ ਹੈ ਕਿ ਜਾਂ ਕੇ ਜਾਨ ਕੀ ਨਾਥ ਸਹਾਇਕ ਤਬ ਕੌਣ ਬਿਗਾਰ ਕਰੋ ਨਰ ਤੇਰੋ। ਮਤਲਬ ਕਿ ਸਭ ਕੁਝ ਸਾਨੂੰ ਪਰਮਾਤਮਾ ਨਾਲ ਸਾਡੇ ਚੱਲਦਾ ਹੈ ਜਦੋਂ ਸਾਡਾ ਉਸ 'ਤੇ ਵਿਸ਼ਵਾਸ ਹੋ ਜਾਂਦਾ ਹੈ। ਤੇ ਪਰਮਾਤਮਾ ਨੇ ਬੜਾ ਸਾਥ ਦਿੱਤਾ ਮੇਰਾ ਉਸ ਟਾਈਮ। ਮਤਲਬ ਕਿ ਮੇਰੇ 'ਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਇੱਥੇ ਪਹੁੰਚ ਸਕਦਾ। ਐਡੇ ਵੱਡੇ ਜਿਨ੍ਹਾਂ ਨੂੰ ਮੈਂ ਕਦੇ ਦੇਖਦਾ ਹੁੰਦਾ ਸੀਗਾ ਕਿ ਇਹ ਸਿੰਗਰ ਮੈਨੂੰ ਕਦੇ ਮਿਲਣਗੇ, ਮੈਂ ਕਦੇ ਸਦੀਕ ਸਾਹਿਬ ਨੂੰ ਮਿਲਾਂਗਾ, ਮੈਂ ਸਦੀਕ ਸਾਹਿਬ ਨੂੰ ਰਿਕਾਰਡ ਕੀਤਾ, ਮਾਨਕ ਸਾਹਿਬ, ਅਸੀਂ ਛੋਟੇ ਹੁੰਦੇ ਸੀਗੇ, ਉਹਨਾਂ ਦੇ ਗਾਣੇ ਸੁਣਦੇ ਸੀ, ਤਵੇ ਚੱਲਦੇ ਹੁੰਦੇ ਸੀ ਤਵੇ, ਤੇ ਤਵੇ ਸੁਣਨੇ ਤੇ ਕਦੇ ਸੋਚਿਆ ਨਹੀਂ ਸੀ। ਈਵਨ ਕਿ ਇੱਕ ਵਾਰ ਮੈਨੂੰ ਮੇਹਰ ਮਿੱਤਲ ਸਾਹਿਬ ਦਾ ਫੋਨ ਆਇਆ। ਮੇਹਰ ਮਿੱਤਲ ਸਾਹਿਬ ਦਾ ਮਤਲਬ ਐਡਾ ਵੱਡਾ ਫੈਨ ਸੀਗਾ ਮੈਂ, ਤੇ ਮੈਨੂੰ ਮਿੱਤਲ ਸਾਹਿਬ ਦਾ ਫੋਨ ਆਇਆ ਤੇ ਮੈਨੂੰ ਕਹਿੰਦੇ ਫੋਨ ਕਰਕੇ, ਜਿਵੇਂ ਉਹਨਾਂ ਦਾ ਸਟਾਈਲ ਸੀ, ਕਹਿੰਦਾ ਹੈਲੋ ਭਾਈ ਮੈਂ ਮਿੱਤਲ ਬੋਲਦਾ, ਮਿੱਤਲ। ਮੈਂ ਕਿਹਾ ਹਾਂਜੀ। ਮੈਂ ਕਿਹਾ ਜੀ ਮੈਂ ਪਛਾਣਿਆ ਨਹੀਂ। ਉਹ ਭਾਈ ਮੈਂ ਮੇਹਰ ਮਿੱਤਲ ਬੋਲਦਾ ਯਾਰ, ਮੇਹਰ ਮਿੱਤਲ ਬੋਲਦਾ ਮੈਂ। ਫਿਰ ਮੈਨੂੰ ਉਹਨਾਂ ਨੇ ਬੁਲਾਇਆ, ਕਹਿੰਦੇ ਤੂੰ ਮੈਨੂੰ ਮਿਲ ਕੇ ਜਾ। ਉਹਨਾਂ ਦੀ ਕੋਠੀ ਚੰਡੀਗੜ੍ਹ ਮੈਂ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਯਾਰ ਤੂੰ ਮੈਨੂੰ ਸੋਹਣਾ ਹੀ ਬਹੁਤ ਲੱਗਦਾ ਹੈ, ਤੂੰ ਗਾਉਂਦਾ ਹੀ ਬਹੁਤ ਵਧੀਆ ਹੈ, ਮੈਂ ਤੇਰੇ ਗਾਣੇ ਸੁਣਦਾ ਹੈ। ਮਤਲਬ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮਿੱਤਲ ਸਾਹਿਬ ਮੈਨੂੰ ਕਦੇ ਕੀ ਫੀਲਿੰਗ ਸੀ ਮਤਲਬ ਉਸ ਟਾਈਮ। ਮੈਂ ਮਤਲਬ ਕਿ ਇੰਨਾ ਝੁਕਿਆ ਹੋਇਆ ਸੀ ਉਸ ਟਾਈਮ ਜਦੋਂ ਉਹਨਾਂ ਕੋਲ ਗਿਆ ਮੈਂ। ਤੁਹਾਨੂੰ ਬਿਆਨ ਨਹੀਂ ਕਰ ਸਕਦਾ ਜੀ। ਵੱਡੀ ਜੀ ਫੀਲਿੰਗ ਸੀ ਮਤਲਬ ਆਊਟ ਆਫ ਵਰਲਡ ਇਹ ਸਭ। ਪਰ ਇਹਦੇ ਲਈ ਕੋਈ ਮੇਰਾ ਯੋਗਦਾਨ ਨਹੀਂ ਹੈ, ਉਹ ਪ੍ਰਮਾਤਮਾ ਭਗਵਾਨ ਵਾਹਿਗੁਰੂ ਉਹਦੀ ਸਭ ਕਿਰਪਾ ਦੇ ਨਾਲ ਸਭ ਯੋਗਦਾਨ ਤੁਹਾਡਾ ਹੈ। ਸਟਾਰਟਿੰਗ ਤੁਸੀਂ ਵੈਸੇ ਬਹੁਤ ਐਫਰਟਸ ਕਰ ਰਹੇ ਆ ਤਾਂ ਕਹਿ ਸਕਦੇ ਹੌਲੀ ਤਾਂ ਹੀ। ਜੀ ਜੀ ਬਿਲਕੁਲ। ਤੇ ਜਦ ਤੁਸੀਂ ਬੰਬੇ ਗਏ ਤੇ ਉਸ ਤੱਕ ਦਾ ਸਫ਼ਰ ਤੁਹਾਡਾ ਕਿੱਦਾਂ ਦਾ ਸੀਗਾ ਬੰਬੇ 'ਚ? ਬੰਬੇ ਮੈਂ ਕਾਫੀ ਕੰਮ ਕੀਤਾ ਜੀ। ਬੰਬੇ ਮੈਂ ਜਿਵੇਂ ਕਿ ਆਮ ਤੌਰ ਤੇ ਜਿਹੜੇ ਮੇਰੇ ਕੁਝ ਅੱਛੇ ਬਜਟ ਦੇ ਗਾਣੇ ਹੁੰਦੇ ਸੀਗੇ ਉਹ ਮੈਂ ਦਿੱਲੀ ਜਾਂ ਬੰਬੇ ਰਿਕਾਰਡ ਕਰਦਾ ਸੀ ਜਾ ਕੇ। ਤੇ ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਅਲਕਾ ਯਾਗਨਿਕ ਜੀ ਨੂੰ ਰਿਕਾਰਡ ਕੀਤਾ। ਉਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਬੀ ਗੀਤ, ਮੇਰਾ ਸਿੰਗਰ ਸੀ ਕੈਨੇਡਾ ਤੋਂ ਅਰਸ਼ ਅਵਤਾਰ, ਹਾਂ, ਉਹ ਮੈਨੂੰ ਕਹਿਣ ਲੱਗੇ ਯਾਰ ਮੈਂ ਨਾ ਇੱਕ ਮੇਰਾ ਸੁਪਨਾ ਹੈ ਸ਼ੌਂਕੀ ਭਾਜੀ। ਮੈਂ ਕਿਹਾ ਦੱਸੋ? ਕਹਿੰਦੇ ਮੈਂ ਅਲਕਾ ਜੀ ਨਾਲ ਗਾਉਣਾ ਚਾਹੁੰਦਾ। ਤੇ ਮੈਂ ਕਿਹਾ ਠੀਕ ਹੈ। ਮੈਂ ਅਪਰੋਚ ਕੀਤਾ ਅਲਕਾ ਜੀ ਨੂੰ ਔਰ ਉਹਨਾਂ ਨੇ ਤੇਰੀਆਂ ਜੁਦਾਈਆਂ ਮੇਰੇ ਤੋਂ ਸਹੀਆਂ ਨਹੀਂ ਹੋ ਜਾਣੀਆਂ, ਮਰ ਜਾਗੀ ਮੈਂ ਵੀ ਤੇਰੇ ਬਿਨਾ। ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਂਦਾ ਇਸ ਵਿੱਚ। ਬਹੁਤ ਹੀ ਪਿਆਰਾ ਗੀਤ ਸੀਗਾ। ਜੇ ਵਿਛੜ ਗਏ ਤਾਂ ਮਰ ਜਾਗੇ, ਇੱਕ ਦੂਜੇ ਦੇ ਨਾਲ ਜਿੰਦ ਕਰ ਜਾਗੇ, ਰਹਿ ਨਾ ਜਾਈਏ ਅਸੀਂ ਕਿਤੇ ਬਣ ਕੇ ਕਹਾਣੀਆਂ, ਰਹਿ ਨਾ ਜਾਈਏ ਅਸੀਂ ਕਿਤੇ ਬਣ ਕੇ ਕਹਾਣੀਆਂ, ਮਰ ਜਾਗੀ ਮੈਂ ਵੀ ਤੇਰੇ ਬਿਨ ਮੇਰੇ ਹਾਣੀਆਂ, ਮਰ ਜਾਗੀ ਮੈਂ ਵੀ ਤੇਰੇ ਬਿਨ ਮੇਰੇ ਹਾਣੀਆਂ, ਮਰ ਜਾਗੀ ਮੈਂ ਵੀ ਤੇਰੇ ਬਿਨ। ਇੰਨੇ ਜ਼ਿਆਦਾ ਪਿਆਰੇ ਬੋਲੇ, ਸਿੱਧਾ ਮਤਲਬ ਹਾਰਟ
ਚਾਰਟ ਤੇ ਜਾ ਕੇ ਮਤਲਬ ਜੀ ਬਿਲਕੁਲ ਬਹੁਤ ਵਧੀਆ ਨੇ। ਤੇ ਬੰਬੇ ਵਿੱਚ ਤੁਹਾਡਾ ਸਫ਼ਰ ਮਤਲਬ ਕੋਈ ਇਹੋ ਜਿਹੀ ਕੋਈ ਯਾਦ ਹੋਵੇ ਬੰਬੇ ਵਿੱਚ, ਜਾਂ ਫਿਰ ਜਦ ਤੱਕ ਤੁਸੀਂ ਜੋ ਵੀ ਕੰਮ ਕੀਤਾ ਆ ਕੋਈ ਇਹੋ ਜਿਹੀ ਚੀਜ਼ ਹੋਈ ਹੋਵੇ ਅੱਛੀ ਬੁਰੀ ਜੋ ਤੁਹਾਨੂੰ ਅੱਜ ਤੱਕ ਯਾਦ ਹੋਵੇ? ਮੇਰੇ ਹਿਸਾਬ ਨਾਲ ਜੈਸਿਕਾ ਜੀ ਅੱਛਾ ਬੁਰਾ ਸਭ ਪਰਮਾਤਮਾ ਦੇ ਹੱਥ ਵਿੱਚ ਹੈ। ਬੁਰੇ ਦਿਨ ਮੈਂ ਪਹਿਲਾਂ ਬਹੁਤ ਦੇਖ ਚੁੱਕਿਆ ਸੀ, ਹੈ ਨਾ। ਇੰਨੇ ਬੁਰੇ ਦਿਨ ਵੀ ਰੋਟੀ ਨਹੀਂ, ਤਿੰਨ ਦਿਨ ਰੋਟੀ ਨਹੀਂ ਮਿਲੀ, ਫਟੇ ਕੱਪੜੇ, ਟਾਕੀਆਂ ਵਾਲੇ ਕੱਪੜੇ, ਜੁੱਤੀ ਨਹੀਂ ਪੈਰ ਦੇ ਵਿੱਚ, ਹੈ ਨਾ, ਇਸ ਤਰ੍ਹਾਂ ਦੇ ਹਾਲ ਦੇਖ ਚੁੱਕੇ ਸੀ। ਅਤੇ ਉਸ ਤੋਂ ਬਾਅਦ ਤਾਂ ਕੁਝ ਬੁਰਾ ਹੀ ਨਹੀਂ ਲੱਗਿਆ। ਫਿਰ ਤਾਂ ਇੱਦਾਂ ਲੱਗਿਆ ਮਹਾਰਾਜ ਨੇ, ਪਰਮਾਤਮਾ ਨੇ ਸਾਨੂੰ ਰਾਜ ਬਖਸ਼ਤਾ, ਹੈ ਨਾ। ਕਿੱਥੇ ਝੌਂਫੜੀਆਂ, ਝੁੰਗੀ, ਉਹ ਪਾਣੀ ਚੋਣਾ ਉਹਦੇ ਵਿੱਚ ਤਿਪ ਤਿਪ ਕਰਕੇ ਪਾਣੀ ਚੋਣਾ, ਸਾਰੀ ਰਾਤ ਅਸੀਂ ਬੈਠ ਕੇ ਕੱਟਣੀ ਇੱਕ ਮੰਜੇ ਦੇ ਪੂਰੇ ਪਰਿਵਾਰ ਨੇ। ਕਿੱਥੇ ਮਹਾਰਾਜ ਨੇ ਜਹਾਜ਼ਾਂ 'ਚ ਬਿਠਾਤਾ, ਉਹਦਾ ਸ਼ੁਕਰੀਆ ਦਾ ਮੈਂ ਕਦੇ ਉਤਾਰ ਨਹੀਂ ਸਕਦਾ। ਬਾਕੀ ਮੇਰੀ ਜਿਹੜੀ ਮਾਂ ਹੈ, ਮੇਰੇ ਪਿਤਾ, ਉਹਨਾਂ ਦੀ ਜਿਹੜੀ ਮੇਰੇ ਪਿੱਛੇ ਅਸੀਸ ਸੀ, ਉਹ ਮੇਰੇ ਨਾਲ ਉਸਨੇ ਕੰਮ ਕੀਤਾ। ਬੰਬੇ ਦੇ ਵਿੱਚ ਬਹੁਤ ਮੇਰਾ ਵਧੀਆ ਸਫ਼ਰ ਰਿਹਾ। ਮੈਂ ਅਲਕਾ ਜੀ ਨੂੰ ਰਿਕਾਰਡ ਕੀਤਾ, ਸ਼ਾਨੂ ਸਾਹਿਬ ਨੂੰ ਰਿਕਾਰਡ ਕੀਤਾ, ਮੈਂ ਸ਼ਰਮਾ ਜੀ, ਕਿਹੜੇ ਸਿੰਗਰ ਨੇ ਉਹ, ਰਿਚਾ ਸ਼ਰਮਾ ਜੀ, ਉਹਨਾਂ ਨੂੰ ਆਪਣੇ ਮਿਊਜ਼ਿਕ ਦੇ ਵਿੱਚ ਬਹੁਤ ਸਾਰੇ ਬੰਬੇ ਦੇ ਸਿੰਗਰਾਂ ਨੂੰ ਕੀਤਾ। ਔਰ ਜਿੰਨੀਆਂ ਪੰਜਾਬ ਦੀਆਂ ਵੱਡੀਆਂ ਕੰਪਨੀਆਂ, ਟੀ ਸੀਰੀਜ਼, ਸਟੈਪਸ, ਪੈਰੀਟੋਨ, ਹੋਰ ਜਿੰਨੀਆਂ ਵੀ ਨੇ ਸਾਰੀਆਂ ਕੰਪਨੀਆਂ, ਹਿਮਾਚਲ ਦਾ ਬਹੁਤ ਸਾਰਾ ਕੰਮ ਕੀਤਾ, ਹਿਮਾਚਲੀ ਗੀਤ ਜੀ, ਹਾਂ ਬਹੁਤ ਸਾਰੇ। ਫਿਰ ਵੀ ਕੋਈ ਵਰਕ ਦੇ ਮਤਲਬ ਡਿਊਰਿੰਗ ਵਰਕ ਕੋਈ ਵੀ ਐਸੀ ਕੋਈ ਗੱਲ ਹੋਈ ਹੋਵੇ, ਕੋਈ ਵੀ ਚੀਜ਼ ਥੋੜ੍ਹਾ ਜਿਹਾ ਉਹਦੇ ਬਾਰੇ ਸ਼ੇਅਰ ਕਰ ਦਿਓ ਸਾਡੇ ਨਾਲ। ਕੋਈ ਵੀ ਚੀਜ਼ ਹੋਈ ਹੋਵੇ ਅੱਛੀ, ਜਾਂ ਫਿਰ ਕੋਈ ਵੀ ਕਾਮੇਡੀ ਕਨਸੈਪਟ ਵੀ ਹੋ ਸਕਦਾ ਕਿ ਕੋਈ ਇਹ ਚੀਜ਼ ਹੋਈ ਸੀ ਮਤਲਬ ਜਿਹੜੀ ਤੁਹਾਨੂੰ ਜਿਸ ਚੀਜ਼ 'ਤੇ ਅੱਜ ਤੱਕ ਸੋਚ ਕੇ ਬਹੁਤ ਜ਼ਿਆਦਾ ਹੱਸੀ ਆਉਂਦੀ ਹੋਵੇ। ਨਹੀਂ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ। ਜਦੋਂ ਮੈਂ ਸਭ ਤੋਂ ਹੱਸੀ ਵਾਲੀ ਗੱਲ ਤਾਂ ਜਦੋਂ ਮੈਂ ਪਹਿਲੀ ਵਾਰ ਜਹਾਜ਼ 'ਚ ਬੈਠਿਆ, ਪਤਾ ਹੀ ਨਹੀਂ ਸੀ, ਮੈਂ ਬਹੁਤ ਦੇਰ ਨਾ ਜਹਾਜ਼ ਤੋਂ ਡਰਦਾ ਹੁੰਦਾ ਸੀਗਾ, ਐਰੋਪਲੇਨ ਤੋਂ ਡਰਦਾ ਸੀ, ਮੈਨੂੰ ਡਰ ਲੱਗਦਾ ਸੀ ਕਹਿੰਦੇ ਵੀ ਮੇਰੀ ਵਾਰ ਨੂੰ ਜ਼ਰੂਰ ਗਿਰੇਗਾ, ਕਿਉਂਕਿ ਮਾੜਾ ਟਾਈਮ ਦੇਖਿਆ ਹੋਇਆ ਸੀ ਨਾ, ਵੀ ਮੇਰੀ ਵਾਰ ਨੂੰ ਜ਼ਰੂਰ ਗਿਰੇਗਾ ਇਹ। ਜਦੋਂ ਪਹਿਲੀ ਵਾਰ ਮੈਂ ਅਚਾਨਕ ਹੀ ਮੈਂ ਹਮੇਸ਼ਾ ਟ੍ਰੇਨ 'ਚ ਹੀ ਜਾਂਦਾ ਸੀ, ਬੰਬੇ ਟ੍ਰੇਨ 'ਚ ਜਾਣਾ। ਮੈਂ ਪਹਿਲੀ ਵਾਰ ਸਾਡੇ ਘਰ ਦੇ ਵਿੱਚ ਕੋਈ ਟ੍ਰੈਜਡੀ ਹੋ ਗਈ, ਮੇਰੀ ਭਾਂਜੀ ਸੀ, ਉਹ ਡੈਥ ਹੋ ਗਈ ਉਹਦੀ, ਮੈਨੂੰ ਇਮੀਡੀਏਟਲੀ ਵਾਪਸ ਆਉਣਾ ਪਿਆ। ਅਤੇ ਮੇਰੇ ਇੱਕ ਦੋਸਤ ਸੀਗੇ, ਮੈਂ ਕਿਹਾ ਭਾਜੀ ਮੈਨੂੰ ਜਾਣਾ ਪੈਣਾ। ਉਹ ਮੈਨੂੰ ਕਹਿੰਦੇ ਤੁਸੀਂ ਫਿਰ ਹੁਣ ਜਹਾਜ਼ 'ਚ ਜਾਓ। ਅਤੇ ਜਦੋਂ ਉਹਨਾਂ ਨੇ ਮੈਨੂੰ ਜ਼ਬਰਦਸਤੀ ਬਿਠਾਤਾ ਔਰ ਮੈਂ ਹੌਸਲਾ ਕਰਕੇ ਬੈਠ ਗਿਆ। ਔਰ ਤੁਸੀਂ ਯਕੀਨ ਮੰਨਣਾ, ਮੌਸਮ ਖਰਾਬ ਹੋ ਗਿਆ ਅਤੇ ਬਿਲਕੁਲ ਹਨੇਰਾ ਹੋ ਜਾਂਦਾ ਜਦੋਂ ਮੌਸਮ ਖਰਾਬ ਹੁੰਦਾ, ਔਰ ਗੜ ਜਦੋਂ ਹੋਈ ਨਾ, ਅਤੇ ਮੈਂ ਆਪਣੇ ਨਾਲ ਦੇ ਨੂੰ, ਮੇਰੇ ਨਾਲ ਇੱਕ ਬੈਠੇ ਸੀਗੇ, ਮੈਂ ਕਿਹਾ ਜੀ ਮੈਨੂੰ ਡਰ ਲੱਗ ਰਿਹਾ, ਉਹਨੇ ਆਪਣਾ ਹਨੂੰਮਾਨ ਚਾਲੀਸਾ ਕੱਢ ਲਿਆ। ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਕਿੱਸੇ ਹੋਏ ਨੇ। ਸ਼ੌਂਕੀ ਜੀ, ਜੇ ਆਪਾਂ ਗੱਲ ਕਰੀਏ, ਤੁਸੀਂ ਕੋਈ ਇਹੋ ਜਿਹਾ ਕੋਈ ਤੁਹਾਡਾ ਪ੍ਰੋਜੈਕਟ ਹੋਏਗਾ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਏਗਾ, ਜੋ ਤੁਹਾਨੂੰ ਪਸੰਦ ਹੋਏਗਾ, ਅਤੇ 2 ਬੋਲ ਹੋ ਜਾਣ? ਜੈਸਿਕਾ ਜੀ ਬਹੁਤ ਸਾਰੇ ਨੇ, ਮੇਰੇ ਗਾਣੇ ਬਹੁਤ ਨੇ ਜਿਹੜੇ ਮੈਂ ਜਿਨ੍ਹਾਂ 'ਚ ਮਿਊਜ਼ਿਕ ਕੀਤਾ। ਆਪਣੇ ਜਿਹੜਾ ਮੈਂ ਸਟਾਰਟਿੰਗ 'ਚ ਗਾਣਾ ਗਾਇਆ, ਜਿਹੜੇ ਮੰਗਦੇ ਸੀ ਸਾਡੇ ਲਈ ਦੁਆਵਾਂ ਪਲਾਂ ਵਿੱਚ ਤੋੜ ਗਏ, ਮੇਰਾ ਬੜਾ ਮਕਬੂਲ ਗੀਤ ਰਿਹਾ ਪੰਜਾਬ ਦਾ। ਮਤਲਬ ਕਿ ਜਦੋਂ ਕੈਸਟਾਂ ਚੱਲਦੀਆਂ ਸੀ ਉਦੋਂ ਇਹ ਜਿਹੜਾ ਮੇਰਾ ਗੀਤ ਸੀ, ਜਿਹੜੇ ਮੰਗਦੇ ਸੀ ਸਾਡੇ ਲਈ ਦੁਆਵਾਂ ਪਲਾਂ ਵਿੱਚ ਤੋੜ ਗਏ, ਪੂਰੀ ਕੈਸਟ ਦੇ ਵਿੱਚ ਇੱਕੋ ਹੀ ਗੀਤ ਲੋਕਾਂ ਨੇ ਭਰਾ ਲਿਆ ਸੀਗਾ। ਮਤਲਬ ਕਿ ਇੰਨਾ ਮੈਨੂੰ ਪਿਆਰ ਇਸ ਗਾਣੇ ਤੋਂ ਮਿਲਿਆ। ਜਲੰਧਰ ਦੂਰਦਰਸ਼ਨ ਤੋਂ ਵੀ ਇਹ ਗਾਣਾ ਆਇਆ ਸੀ। ਅਤੇ ਜਿਹੜੇ ਹੁਣ ਬੇਸਿਕਲੀ ਕਿਹਾ ਕਿ ਹੁਣ ਮੇਰੇ ਜਿਹੜੇ ਪ੍ਰੋਗਰਾਮ ਹੁੰਦੇ ਨੇ, ਸੂਫੀ ਪ੍ਰੋਗਰਾਮ ਹੁੰਦੇ ਨੇ ਮੇਰੇ ਆਪਣੇ, ਡਾਇਰੈਕਸ਼ਨ ਤੋਂ ਇਲਾਵਾ, ਮਿਊਜ਼ਿਕ ਡਾਇਰੈਕਸ਼ਨ ਤੋਂ ਇਲਾਵਾ, ਫਿਰ ਮੈਂ ਸਿੰਗਿੰਗ ਨਹੀਂ ਕਦੇ ਛੱਡੀ। ਹੁਣ ਮੈਂ ਰੈਗੂਲਰ ਰਿਆਜ਼ ਕਰਦਾ ਰਿਹਾ, ਅਤੇ ਈਵਨ ਕਿ ਮੈਂ ਸਿੱਖਦਾ ਹੀ ਨਹੀਂ ਰਿਹਾ। ਮੈਂ ਅੱਜ ਵੀ ਸਿੱਖਦਾ, ਮੈਂ ਅੱਜ ਵੀ ਸੰਗੀਤ ਸਿੱਖਦਾ। ਮੈਂ ਲੋਕਾਂ ਤੋਂ, ਜਿਹੜੇ ਮੇਰੇ ਸੀਨੀਅਰ ਲੋਕ ਨੇ, ਉਹਨਾਂ ਕੋਲ ਅੱਜ ਵੀ ਮਿਊਜ਼ਿਕ ਸਿੱਖਣ ਜਾਂਦਾ ਮੈਂ। ਔਰ ਜਿਵੇਂ ਕਿ ਮੇਰੇ ਫੇਵਰਟ ਸਿੰਗਰ ਨੁਸਰਤ ਸਾਹਿਬ, ਫਤਿਹ ਅਲੀ ਖਾਨ ਸਾਹਿਬ ਤਾਂ ਹੈਗੇ ਹੀ ਹੈ, ਉਹਨਾਂ ਦਾ ਦੁਨੀਆ ਫੈਨ ਹੈ। ਲਤਾ ਜੀ, ਆਸ਼ਾ ਜੀ, ਕਿਸ਼ੋਰ ਜੀ, ਰਫੀ ਸਾਹਿਬ, ਮੈਨੂੰ ਹਰੀ ਹਰਨ ਸਾਹਿਬ ਬਹੁਤ ਪਸੰਦ ਨੇ, ਜਗਜੀਤ ਸਿੰਘ ਜੀ, ਉਹਨਾਂ ਦਾ ਮੈਂ ਬਹੁਤ ਵੱਡਾ ਫੈਨ। ਉੱਦਾਂ ਦਾ ਗਾਉਣਾ ਬਹੁਤ ਔਖਾ ਹੈ, ਉਹਨਾਂ ਨੂੰ ਕਾਪੀ ਕਰਨਾ ਨਹੀਂ ਕਾਪੀ ਕੀਤਾ ਜਾ ਸਕਦਾ। ਅਤੇ ਹੁਣ ਜਿਹੜਾ ਮੇਰਾ ਇਸ ਟਾਈਮ ਸ਼ੌਕ ਹੈਗਾ ਕਿ ਮੈਂ ਕੁਝ ਕਰਾਂ, ਸੂਫੀ ਤਾਂ ਮੈਂ ਕਰ ਰਿਹਾ, ਪੰਜਾਬੀ ਗਾਣੇ ਵੀ ਰਿਲੀਜ਼ ਕਰਨ ਲੱਗਾ ਆਪਣੇ। ਬੇਸਿਕਲੀ ਮੈਂ ਗਜ਼ਲਾਂ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰ ਰਿਹਾ। ਮੇਰੇ ਪ੍ਰੋਗਰਾਮ ਵੀ ਹੁੰਦੇ ਨੇ ਜਿਨ੍ਹਾਂ ਵਿੱਚ ਮੈਂ ਗਜ਼ਲ ਗਾਉਂਦਾ ਜਾ ਕੇ। ਮੈਂ ਤੁਹਾਨੂੰ ਗਜ਼ਲ ਮੇਰੀ ਬੜੀ ਫੇਵਰੇਟ ਹੈ, ਮੈਂ ਰਿਕਾਰਡ ਵੀ ਕੀਤਾ ਹੈ, ਇਹ ਰਿਲੀਜ਼ ਕਰਾਂਗੇ ਹੁਣ ਜਲਦੀ।
अल्फाज सुनना है, बहुत प्यारे ने। पत्तों की तरह मौसम में टूटा, पत्तों की तरह मौसम में टूटा, वो मनाने भी न आए, वो मनाने भी न आए, जिनसे रूठा हूँ मैं। पत्तों की तरह मौसम में टूटा। एक अंतरा। कई बार कहा उनसे हम प्यार करते, कई बार कहा उनसे हम प्यार करते हैं, हम प्यार करते हैं। उन्होंने भी कहा, उन्होंने भी कहा कितना झूठा हूँ मैं। पत्तों की तरह मौसम में टूटा, वो मनाने भी न आए, जिनसे रूठा हूँ मैं। पत्तों की तरह मौसम में टूटा, टूटा। ਲਾਈਨ ਸਿੱਧੀਆਂ ਜਾ ਕੇ ਹਾਰਟ ਨੂੰ ਟੱਚ ਹੁੰਦੀਆਂ ਨੇ। ਥੈਂਕ ਯੂ ਬਹੁਤ ਬਹੁਤ ਧੰਨਵਾਦ। ਤੇ ਮਦਨ ਸ਼ੌਂਕੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਟਾਈਮ ਦਿੱਤਾ ਜੀ ਸ਼ੁਕਰੀਆ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਕੇ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਸਾਰੇ ਸਰੋਤਿਆਂ ਦਾ, ਜਿੰਨੇ ਵੀ ਸਰੋਤੇ ਮੈਨੂੰ ਦੇਖ ਰਹੇ ਨੇ, ਸਮਾਜ ਟੀਵੀ ਔਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣਾ ਬਹੁਤ ਸਾਰਾ ਧਿਆਨ ਰੱਖੋ ਦੋਸਤੋ। कोरोना हाले गया नहीं है, कोरोना तो पूरा बचाव रखना है, दूरी बना के रखनी है, मास्क लगा के रखना है। और जो वैक्सीन नहीं लगवाई तो प्लीज़ मेरे वालों हाथ जोड़ के रिक्वेस्ट है, बेनती है, ये तुसी वैक्सीन जरूर लगवानी है और मास्क दूरी बना के रखनी है। बहुत बहुत धन्यवाद। अपना अपने परिवार का, दोस्तों मित्रों का, बजुर्गों का बहुत सारा ख्याल रखो। जसका जी तुहाडा बहुत बहुत धन्यवाद। सत श्री अकाल।